तेरे कवन कवन गुण कह कह गावा, तू साहिब गुणी निधाना। तुमरी महिमा बरन न साको, तू ठाकुर ऊंच भगवाना। तुमरी महिमा बरन न साको, तू ठाकुर ऊंच भगवाना। सतगुर पिखिया देह में, तू समरथ दातार। सतगुर पिखिया देह में, तू समरथ दातार। हौ में गर्भ निवारिये, काम क्रोध अहंकार। अहनिस नवतन निर्मला, मैला कबू न होए। वाहे गुरु वाहे गुरु, नानक ये बिद छूटिए, नदर तेरी सुख होए। नानक ये बिद छूटिए, नदर तेरी सुख होए। वाहे गुरु वाहे गुरु वाहे गुरु वाहे गुरु। जपजी साहब दी 21ਵੀਂ पौड़ी असी पिछली वारी समझी। विचों ये जो समझी असी पौड़ी 21 पौड़ी, ਉਹਦੇ अंदर असी ये समझिया सी कि कुछ लोग तीर्थां ते जाते हैं, तप करते हैं, दया करते हैं, दान करते हैं, और अगर तिल जिन्ना भी मान आ जाता है तो उन्होंने जो सेवा है ये व्यर्थ हो जाती है। पर जे सुनिया और मनिया, मन के अंदर भाव रखिया, बाणी नूं सुनिया, प्यार किया, भाव रखिया, तो साडा तीरथ जो है वो साडे अंदर नाता जाता है। और ये तीरथ है गुरु शब्द दी विचार। तो कहते हैं सब गुण तेरे, सब गुण परमात्मा दे हैं, मेरे पास कोई गुण नहीं है। तू अपने गुणा दियां दाता मेरी झोली विच पा दे। ये समझिया। पर ये समझिया कि कुछ लोग जीवन दे अंदर सिर्फ ये भटक रहे हैं कि परमात्मा की सृष्टि कदों बनी, किहड़ा वेला सी, किहड़ा वक्त सी, किहड़ा महीना सी, किहड़ा वार सी। ये भटकना विच पे हुए हैं और वो इस बारे कह कह के इस दुनिया तो चले गए हैं और कोई उसका अंत समझ नहीं पाया। ਤਾਂ ਉਹ ਵੱਡਾ ਸਾਹਿਬ ਹੈ, ਉਸਦਾ ਨਾਮ ਵੀ ਵੱਡਾ ਹੈ, ਉਸਦਾ ਸ੍ਰਿਸ਼ਟੀ ਚਲਾਉਣ ਦਾ ਨਿਯਮ ਵੀ ਬਹੁਤ ਵੱਡਾ ਹੈ। ਇਸਦਾ ਅਸੀਂ ਅੰਤ ਨਹੀਂ ਪਾ ਸਕਦੇ। ਜੋ ਜੋ ਲੋਕਾਂ ਨੇ ਇਸਦਾ ਅੰਤ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਇਸ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ, ਉਹ ਖੋਜਾਂ ਕਰ ਕਰਕੇ ਉਸਦੇ ਅੰਦਰ ਸਮਾ ਗਏ और कुछ भी वो सानू समझा नहीं पाए, ना खुद समझ पाए। और जिसने ये किया, ये जानने की कोशिश की कि परमात्मा कितना वड्डा है, सृष्टि कदों बनी, किस तरह बनी, उस दे बारे उसने जो सोचा, उस दी अगे जाके कोई शोभा नहीं हुई दरगाह दे अंदर। नानक जे को आपो जाने, अगे गया न सो है। तो सानू इस जो भटकना विच नहीं पैना कि परमात्मा दी सिरजना कदों हुई, सृष्टि कदों बनी,
ਇਸ ਖੋਜ ਨੂੰ ਛੱਡ ਕੇ ਅਸੀਂ ਸਿਰਫ ਗਾਵੀਏ, ਸੁਣੀਏ, ਮਨ ਰੱਖੀਏ ਪਾਓ, ਜਾਂ ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਔਰ ਜੋ ਗੁਰਮੁਖ ਜਨ ਹਨ ਉਹ ਸਿਰਫ ਇਸ ਤੇ ਧਿਆਨ ਦਿੰਦੇ ਹਨ ਕਿ ਮੈਨੂੰ ਬਾਣੀ ਚੋਂ ਕੀ ਸੁਣਨਾ ਹੈ ਔਰ ਕੀ ਮੰਨਣਾ ਹੈ, ਔਰ ਮੈਨੂੰ ਕਿਹੜੇ ਤੀਰਥਾਂ ਤੇ ਆਪਣੇ ਅੰਦਰ ਬਾਰ-ਬਾਰ ਗੁਰੂ ਉਪਦੇਸ਼ ਦੇ ਨਾਲ ਆਪਣੇ ਮਨ ਨੂੰ ਸਾਫ਼ ਕਰਕੇ, ਮਨ ਦੀ ਮਲ ਨੂੰ ਉਤਾਰ ਕੇ ਕੁੜਿਆਰ ਤੋਂ ਸਚਿਆਰ ਬਣਨਾ ਹੈ। ਉਹ ਜਨ, ਇਸ ਜਗਿਆਸੂ ਜਨ ਉਸ ਯਾਤਰਾ ਤੇ ਤੁਰੇ ਹੋਏ ਹਨ। ਉਹਨਾਂ ਦਾ ਜੀਵਨ ਸਫਲਾ ਹੈ, ਉਹ ਅੱਗੇ ਜਾ ਕੇ ਸ਼ੋਭਾ ਪਾਣਗੇ। ਬਾਕੀ ਜੋ ਭਟਕਣਾ ਵਿੱਚ ਪਏ ਹੋਏ ਹਨ ਉਹਨਾਂ ਨੂੰ ਕੋਈ ਅੱਗੇ ਜਾ ਕੇ ਸ਼ੋਭਾ ਨਹੀਂ ਮਿਲਣੀ, ਉਹ ਸਿਰਫ ਵਿਅਰਥ ਦੇ ਕੰਮ ਹਨ। ਇਹ ਜਾਣਨਾ ਜ਼ਰੂਰੀ ਹੈ। ਜਪਜੀ ਸਾਹਿਬ ਦੀ ਬਾਣੀ ਵਿੱਚ ਸਾਨੂੰ ਪੂਰੀ ਸ੍ਰਿਸ਼ਟੀ ਦਾ ਗਿਆਨ ਮਿਲ ਜਾਂਦਾ ਹੈ ਕਿ ਪੂਰੀ ਸ੍ਰਿਸ਼ਟੀ ਦੇ ਅੰਦਰ ਕੀ ਹੋ ਰਿਹਾ ਹੈ, ਕਿਸ ਤਰ੍ਹਾਂ ਹੋ ਰਿਹਾ ਹੈ, ਇਹ ਗਿਆਨ ਮਿਲ ਗਿਆ ਜ਼ਰੂਰੀ ਹੈ। ਉਸਦੇ ਵਿੱਚ ਚੱਕਰਾਂ ਵਿੱਚ ਨਹੀਂ ਪੈ ਜਾਣਾ, ਭਟਕਣ ਵਿੱਚ ਨਹੀਂ ਪੈ ਜਾਣਾ, ਪਰ ਉਸ ਵਿੱਚ ਸਾਨੂੰ ਕੀ ਪ੍ਰਾਪਤੀ ਕਰਨੀ ਹੈ, ਕਿਉਂਕਿ ਇਹ ਜੋ ਬਾਣੀ ਹੈ ਜਪਜੀ ਸਾਹਿਬ ਦੀ, ਇਹ ਸਚਿਆਰ ਬਣਨ ਦੀ ਯਾਤਰਾ ਹੈ। ਤਾਂ ਅਸੀਂ ਉਸ ਸਚਿਆਰ ਦੇ ਰਾਹ ਤੇ ਹੀ ਟੁਰਨਾ ਹੈ, ਨਾ ਕਿ ਅਸੀਂ, ਸਾਨੂੰ ਇਸ ਪੌੜੀ ਵਿੱਚੋਂ ਇਹ ਸਮਝ ਆਉਂਦੀ ਹੈ, ਔਰ ਜੋ ਅਗਲੀ ਪੌੜੀ ਹੈ ਉਸਦੇ ਅੰਦਰ ਵੀ ਇਹੀ ਸਮਝਾ ਰਹੇ ਹਨ ਕਿ ਵਾਰ ਰੁੱਤੀ ਮਾਹ ਦੇ ਚੱਕਰਾਂ ਵਿੱਚੋਂ ਨਿਕਲ ਕੇ ਤੁਸੀਂ ਇਹ ਸਮਝਣਾ ਹੈ ਕਿ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਣਾ ਅਸੀਂ। ਪਿਛਲੀ ਵਾਰੀ ਵੀ ਅਸੀਂ ਇਹ ਗੁਰੂ ਪਾਸੋਂ ਇਹ ਸੋਝੀ ਲਈ ਕਿ ਕੁਝ ਲੋਕ ਹਨ ਜੋ ਸਿਰਫ ਇਸ ਸ੍ਰਿਸ਼ਟੀ ਦੇ ਭੇਦ ਜਾਣਨ ਦੇ ਲਈ ਉਸ ਭਟਕਣਾ ਵਿੱਚ ਭਟਕ ਰਹੇ ਹਨ। ਕੁਝ ਲੋਕ ਤੀਰਥਾਂ ਤੇ ਭਟਕ ਰਹੇ ਹਨ, ਕਰਮ ਕਾਂਡ ਵਿੱਚ ਲੱਗੇ ਹੋਏ ਹਨ। ਇਹ ਦੋਨੋਂ ਹੀ ਕੰਮ ਵਿਅਰਥ ਦੇ ਕੰਮ ਹਨ। ਜੋ ਤੀਸਰੇ ਤਰ੍ਹਾਂ ਦੇ ਲੋਕ ਹਨ, ਅਸੰਖਾ ਲੋਕ, ਜਿਨ੍ਹਾਂ ਨੇ ਪਰਮਾਤਮਾ ਦੇ ਹੁਕਮ ਨੂੰ ਸਮਝਿਆ, ਹੁਕਮ ਨੂੰ ਪਹਿਚਾਣ ਲਿੱਤਾ, ਹੁਕਮ ਨੂੰ ਬੂਝ ਲਿਆ ਔਰ ਉਸਨੂੰ ਖੁਸ਼ੀ ਦੇ ਨਾਲ, ਰਜਾ ਦੇ ਨਾਲ ਐਕਸੈਪਟ ਕਰ ਲਿੱਤਾ। ਐਸੇ ਜਗਿਆਸੂਆਂ ਦੀ ਯਾਤਰਾ ਜੋ ਹੈ ਉਹ ਸਫਲੀ ਹੈ। ਅਸੀਂ ਉਸੇ ਪੌੜੀ ਨੂੰ ਕਨੈਕਸ਼ਨ ਦੇ ਨਾਲ ਅੱਗੇ ਜਦੋਂ ਚੱਲਾਂਗੇ ਤਾਂ ਅੱਜ 22ਵੀਂ ਪੌੜੀ ਵਿੱਚ ਵੀ ਗੁਰੂ ਮਹਾਰਾਜ ਸਾਨੂੰ ਇਹੀ ਦੱਸ ਰਹੇ ਹਨ ਕਿ ਸ੍ਰਿਸ਼ਟੀ ਦੇ ਉੱਤੇ, ਬ੍ਰਹਿਮੰਡ ਦੇ ਅੰਦਰ ਪਰਮਾਤਮਾ ਦੀ ਰਚਨਾ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਔਰ ਨਾ ਕਿਸੇ ਨੇ ਪਾਇਆ ਹੈ। ਲੋਕ ਖੋਜਾਂ ਕਰ ਕਰਕੇ, ਪਟਕ ਕੇ, ਲੇਖਾ ਲਿਖ ਕੇ ਜੋ ਹਨ ਇਸ ਦੁਨੀਆ ਤੋਂ ਥੱਕ ਮੁੱਕ ਗਏ ਹਨ ਔਰ ਉਸ ਦਾ ਜੋ ਹੈ ਅੰਤ ਸ੍ਰਿਸ਼ਟੀ ਦਾ ਲੇਖਾ ਬਣ ਹੀ ਨਹੀਂ ਸਕਦਾ। ਐਸਾ ਅੱਜ ਵੀ ਅਸੀਂ ਇਸ ਪੌੜੀ ਵਿੱਚ ਸਮਝਾਂਗੇ। ਪੌੜੀ 22ਵੀਂ ਕਹਿੰਦੇ ਹਨ ਗੁਰੂ ਮਹਾਰਾਜ, ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਨ ਇੱਕ ਬਾਤ। ਜੋ 4 ਵੇਦ ਹਨ ਦੁਨੀਆ ਦੇ ਅੰਦਰ, ਜਿਨ੍ਹਾਂ ਦੇ ਅੰਦਰ ਬਹੁਤ ਸਾਰਾ ਗਿਆਨ ਹੈ, ਇਹ ਅਸੀਂ ਜੋ 4 ਵੇਦਾਂ ਦੇ ਵਿੱਚ ਗਿਆਨ ਸਮਝਦੇ ਹਾਂ, ਇੱਕ ਬਾਤ ਕਹਿ ਰਹੇ। ਬਾਤ ਦਾ ਮਤਲਬ ਇੱਕ ਗੱਲ ਦੱਸ ਰਹੇ ਨੇ। ਵੇਦ ਕਹਿਨ ਇੱਕ ਬਾਤ, ਇੱਕ ਗੱਲ ਦੱਸਦੇ ਪਏ ਹਨ। ਕੀ ਗੱਲ ਦੱਸਦੇ ਹਨ? ਓੜਕ ਓੜਕ ਪਾਲ ਥਕੇ। ਉਸ ਪਰਮਾਤਮਾ ਦੀ ਸ੍ਰਿਸ਼ਟੀ ਦਾ ਅੰਤ ਪਾਉਣ ਵਾਸਤੇ ਓੜਕ ਹੁੰਦਾ ਹੈ, ਖੋਜਣ ਵਾਸਤੇ ਭਟਕਣਾ। ਓੜਕ ਓੜਕ, ਉਹ ਪਰਮਾਤਮਾ ਦੀ ਸ੍ਰਿਸ਼ਟੀ ਕਿਸ ਤਰ੍ਹਾਂ ਬਣੀ? ਜਿਸ ਤਰ੍ਹਾਂ ਅਸੀਂ 21 ਪੌੜੀ ਵਿੱਚ ਸਮਝਿਆ ਸੀ, ਕਿਹੜਾ ਦਿਨ, ਕਿਹੜਾ ਵਾਰ, ਕਿਹੜਾ ਮਹੀਨਾ, ਕਿਹੜਾ ਰੁੱਤ, ਕਿਹੜਾ ਮਹੂਰਤ ਸੀ। ਕੁਝ ਲੋਕ ਉਸਦੇ ਅੰਦਰ ਭਾਲ, ਭਾਲ ਮਤਲਬ ਖੋਜਣਾ, ਓੜਕ ਓੜਕ ਮਤਲਬ ਬਹੁਤ ਦੂਰ ਤੱਕ ਖੋਜਣਾ, ਗਹਿਰਾਈ ਨਾਲ ਖੋਜਣਾ। ਉਹ ਭਾਲ ਥਕੇ, ਥੱਕ ਗਏ, ਦੁਨੀਆ ਤੋਂ ਚਲੇ ਗਏ। ਕੀ ਚਲੇ ਗਏ? ਸਮਝਾ ਕੇ ਕਿ ਪਾਤਾਲਾ ਪਾਤਾਲ ਕਿੱਥੇ ਲਿਖਿਆ ਹੋਇਆ ਹੈ? ਵੇਦਾਂ ਦੇ ਅੰਦਰ। ਵੇਦ ਕਹਿਨ ਇੱਕ ਬਾਤ, ਉਸ ਬਾਤ ਨੂੰ ਸਮਝ ਕੇ, ਉਸ ਗੱਲ ਨੂੰ ਸਮਝ ਕੇ ਲੱਖਾਂ ਲੋਕ ਉਸ ਪਰਮੇਸ਼ਵਰ ਦਾ ਔਰ ਸ੍ਰਿਸ਼ਟੀ ਦਾ ਲੇਖਾ ਜਾਣਨ ਦੇ ਲਈ ਭਟਕ ਕੇ ਇਸ ਦੁਨੀਆ ਤੋਂ ਚਲੇ ਗਏ। ਥੱਕੇ ਮਤਲਬ ਪਾਣ ਦੀ ਕੋਸ਼ਿਸ਼ ਕਰਦੇ ਕਰਦੇ ਥੱਕੇ, ਥੱਕ ਗਏ, ਚਲੇ ਗਏ, ਮੁੱਕ ਗਏ।
की पाण दी कोशिश की, पाताला पाताल लख आगास आगास। ये जो लख दा वर्ड है ये दोनों दे नाल कनेक्ट होएगा, पाताल दे नाल और आकाश दे नाल। पाताल कहंदे हन दुनिया तो धरती तो थल्ले दी जगह पाताल। ये जो गोल धरती है, गोल धरती ਤੁਸੀਂ ਦੇਖੋ, ਇਹ ਧਰਤੀ ਜੋ ਅਸੀਂ ਬਚਪਨ ਵਿੱਚ ਸਕੂਲ ਵਿੱਚ ਪੜ੍ਹਦੇ ਸਾਂ ਤੇ ਸਾਨੂੰ ਡਰਾਇੰਗ ਬਣਾ ਕੇ ਸਿਖਾਇਆ ਜਾਂਦਾ ਸੀ ਕਿ ਇੱਕ ਧਰਤੀ ਗੋਲ ਹੈ ਔਰ ਇਹ ਆਪਣੀ ਧੂਰੀ ਦੇ ਉੱਤੇ ਉਹਦੇ ਉੱਤੇ ਗੋਲ ਗੋਲ ਘੁੰਮਦੀ ਹੈ ਔਰ ਇੱਕ ਚੱਕਰ ਉਹ ਸੂਰਜ ਦੇ ਆਸ-ਪਾਸ ਲਗਾਉਂਦੀ ਹੈ ਤਾਂ ਜੋ ਮਹੀਨੇ ਔਰ ਰਿਤੂ ਬਦਲਦੀ ਹੈ, ਮੌਸਮ ਚੇਂਜ ਹੁੰਦੇ ਹਨ। ਇੱਕ ਚੱਕਰ ਉਹ ਲਗਾਉਂਦੀ ਹੈ ਆਪਣੀ ਧੂਰੀ ਦੇ ਉੱਤੇ ਪੂਰਾ 24 ਘੰਟੇ ਦੇ ਅੰਦਰ ਤੇ ਦਿਨ ਔਰ ਰਾਤ ਬਣਦੇ ਹਨ। ਔਰ ਅਸੀਂ ਇਹ ਸਮਝੀਏ ਕਿ ਧਰਤੀ ਕੱਚ ਦੀ ਹੈਗੀ ਹੈ। ਧਰਤੀ ਦੇ ਉੱਤੇ ਸੂਰਜ ਦੇ ਕਿਰਨਾਂ ਪੈਂਦੀਆਂ ਹਨ, ਕਿਵੇਂ ਪੈਂਦੀਆਂ ਹਨ? ਉਹ ਜੋ ਧਰਤੀ ਦੇ ਆਸ-ਪਾਸ ਜੋ ਗੋਲ ਹੈ ਉਹ ਕਿਸ ਚੀਜ਼ ਦਾ ਬਣਿਆ ਹੋਇਆ ਹੈ? ਕੀ ਉਹ ਕੱਚ ਹੈ? ਕੀ ਉਹ ਪਲਾਸਟਿਕ ਹੈ? ਕੀ ਉਹ ਹਵਾ ਹੈ? ਉਹਦੇ ਅੰਦਰ ਚੰਦਰਮਾ ਤੇ ਸੂਰਜ ਦੀ ਕਿਰਨਾਂ ਕਿਵੇਂ ਆ ਜਾਂਦੀਆਂ ਹਨ? ਇਸ ਗੱਲ ਨੂੰ ਮੈਨੂੰ ਬੜਾ ਵਿਡਾਣ ਲੱਗਦਾ ਹੈ, ਬੜਾ ਅਚੰਭਾ ਲੱਗਦਾ ਹੈ ਕਿ ਇਹ ਕਿਸ ਤਰ੍ਹਾਂ ਧਰਤੀ ਕਿੱਥੇ ਖੜੀ ਹੈ ਔਰ ਧਰਤੀ ਥੱਲੇ ਕੀ ਹੈ, ਉੱਪਰ ਕੀ ਹੈ? ਕੁਛ ਵੀ ਨਹੀਂ ਹੈ। ਤਾਂ ਇੱਥੇ ਕਹਿੰਦੇ ਹਨ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਕਹਿੰਦੇ ਹਨ ਹੁਣ ਲੱਖ ਦੇ ਦੋ ਅਰਥ ਹਨ। ਇੱਕ ਤਾਂ ਹੈ ਲੱਖ ਗਿਣਤੀ, 1 ਲੱਖ 2 ਲੱਖ 3 ਲੱਖ। ਇੱਕ ਹੈ ਲੱਖ ਦਾ ਅਰਥ ਜਾਣਨਾ, ਗਿਆਨ ਪ੍ਰਾਪਤ ਕਰਨਾ, ਲਖਣਾ। ਕਹਿੰਦੇ ਹੈ ਮੈਂ ਲੱਖ ਲਿਆ, ਮੈਂ ਜਾਣ ਲਿਆ, ਮੈਂ ਗਿਣ ਲਿਆ। ਤਾਂ ਇੱਥੇ ਅਸੀਂ ਦੋਨੋਂ ਅਰਥ ਨਾਲ ਜੋ ਹੈ ਮੀਨਿੰਗ ਸਮਝਾਂਗੇ ਬਾਣੀ ਦੇ ਅੰਦਰੋਂ। ਪਾਤਾਲਾ ਪਾਤਾਲ, ਤਾਂ ਪਾਤਾਲ ਹੁੰਦਾ ਹੈ ਧਰਤੀ ਦੇ ਥੱਲੇ ਦਾ ਹਿੱਸਾ ਪਾਤਾਲ, ਧਰਤੀ ਦੇ ਉੱਪਰ ਦਾ ਹਿੱਸਾ ਆਕਾਸ਼ ਜੋ ਅਸੀਂ ਦੇਖਦੇ ਹਾਂ। ਜੇ ਧਰਤੀ ਹੋਰ ਪਰੇ ਹੋਰ ਤਿਸਤੇ ਪਾਰ ਤਲੇ ਕਵਣ ਜੋਰ। ਅਗਰ ਧਰਤੀਆਂ ਬਹੁਤ ਸਾਰੀਆਂ ਹਨ, ਜੈਸਾ ਸਾਨੂੰ ਬਾਣੀ ਚੋਂ ਗਿਆਨ ਮਿਲਦਾ ਹੈ, ਅਗਰ ਇੱਕ ਧਰਤੀ ਤੇ ਅਸੀਂ ਜਿੱਥੇ ਅਸੀਂ ਰਹਿ ਰਹੇ ਹਾਂ, ਸਾਡਾ ਪਾਤਾਲ ਉਹ ਜੋ ਸਾਡੇ ਥੱਲੇ ਧਰਤੀ ਹੈ ਉਸਦਾ ਆਕਾਸ਼ ਬਣ ਗਿਆ। ਦੇਖੋ ਕਿਤਨਾ ਸਰਪ੍ਰਾਈਜ਼ ਹੈ। ਔਰ ਜੋ ਸਾਡਾ ਆਕਾਸ਼ ਹੈ ਉਹ ਜੋ ਸਾਡੇ ਉੱਪਰ ਧਰਤੀ ਹੈ ਉਸਦਾ ਪਾਤਾਲ ਹੋ ਗਿਆ। ਜਸਟ ਟਰਾਈ ਟੂ ਅੰਡਰਸਟੈਂਡ। ਪਾਤਾਲ ਥਲਵਾ ਹਿੱਸਾ, ਆਕਾਸ਼ ਉੱਪਰਲਾ ਹਿੱਸਾ। ਤੇ ਅਗਰ ਧਰਤੀਆਂ ਇੱਕ ਦੇ ਉੱਪਰ ਹੈਗੀਆਂ ਨੇ ਬਹੁਤ ਸਾਰੀਆਂ, ਜਿਸ ਤਰ੍ਹਾਂ ਬਾਣੀ ਦੱਸਦੀ ਹੈ, ਜੇ ਸਾਡਾ ਪਾਤਾਲ ਥੱਲੇ ਵਾਲੀ ਧਰਤੀ ਦਾ ਆਕਾਸ਼ ਹੋ ਗਿਆ, ਸਾਡਾ ਆਕਾਸ਼ ਜੋ ਸਾਡੇ ਉੱਪਰ ਧਰਤੀ ਹੈ ਉਸਦਾ ਪਾਤਾਲ ਹੋ ਗਿਆ। ਇਹ ਕਿਤਨਾ ਅਜੀਬ ਨਹੀਂ ਲੱਗਦਾ ਤੁਹਾਨੂੰ ਕਿ ਆਕਾਸ਼ ਜੋ ਹੈ ਇੱਕ ਅਲੱਗ ਜੀ ਛਤਰੀ ਬਣੀ ਹੋਈ ਹੈ ਔਰ ਉਹੀ ਪਾਤਾਲ ਬਣ ਜਾਂਦਾ ਹੈ ਔਰ ਉਹੀ ਆਕਾਸ਼ ਬਣ ਜਾਂਦਾ ਹੈ। ਅਗਰ ਸੂਰਜ ਸਾਨੂੰ ਕਿਰਨਾਂ ਦੇ ਰਿਹਾ ਹੈ, ਰੋਸ਼ਨੀ ਦੇ ਰਿਹਾ ਹੈ, ਤੇ ਕੀ ਧਰਤੀ ਟ੍ਰਾਂਸਪੇਰੈਂਟ ਹੈ? ਉਹ ਕਿੱਥੋਂ ਕਿਰਨਾਂ ਸਾਡੇ ਅੰਦਰ ਆਉਂਦੀਆਂ ਹਨ? ਇਹ ਸਭ ਚੀਜ਼ਾਂ ਕਿਤਨਾ ਅਜੂਬਾ ਹੈ। ਅਗਰ ਸੱਚੀ ਬੈਠ ਕੇ ਸੋਚੀਏ ਤੇ ਪਰਮੇਸ਼ਵਰ ਦੇ ਨਾਲ ਇਹ ਭਟਕਣਾ ਛੋੜ ਕੇ ਬੜਾ ਪ੍ਰੇਮ ਔਰ ਕਨੈਕਸ਼ਨ ਬਣਦਾ ਹੈ। ਵਾਹਿਗੁਰੂ ਤੁਸੀਂ ਕਿਸ ਤਰ੍ਹਾਂ ਸ੍ਰਿਸ਼ਟੀ ਬਣਾਈ ਹੋਏਗੀ? ਕਿੱਥੇ ਧਰਤੀਆਂ ਖੜੀਆਂ ਹਨ, ਕਿੱਥੇ ਸੂਰਜ ਖੜਾ ਹੈ, ਕਿੱਥੇ ਚੰਦਰਮਾ ਖੜਾ ਹੈ, ਕਿੱਥੋਂ ਰੋਸ਼ਨੀ ਆ ਰਹੀ ਹੈ? ਤੇ ਇਹ ਸਭ ਗੱਲਾਂ ਕਹਿੰਦੇ ਹਨ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਲੱਖਾਂ ਆਕਾਸ਼ ਹੋਵਨ, ਲੱਖਾਂ ਪਾਤਾਲ ਹੋਵਨ। ਲੋਕ ਇਸ ਦੀ ਖੋਜ ਕਰ ਕਰਕੇ, ਓੜਕ ਖੋਜ ਕਰ ਕਰਕੇ ਕਹਿੰਦੇ ਹਨ ਭਾਲ ਥਕੇ। भाल मतलब खोजना, भाल करना, अंदर जा के देखना। भाल थके दुनिया तो चले गए। ये सारी गल कौन कह रहा है? 4 वेद कह रहे हैं। वेद कहन एक बात, वो 4 वेद एक बात कहते हैं। होर कौन कह रहा है? जो मुस्लिम्स दे, ईसाइयां दे जो हुंदे हन किताबां हुंदियां हन, उन्हां दे 18,000 आलम हन। कतेब कतेबा सहस 18 कहन कतेबा। जो कतेब है, जो उन्हां दी धार्मिक पुस्तक है, ਉਹਦੇ ਅੰਦਰ 18,000 ਆਲਮ ਹਨ। ਮਤਲਬ ਆਲਮਦਾਰ ਤੋਂ ਜਿਸ ਤਰ੍ਹਾਂ ਸਾਡੀਆਂ ਪੌੜੀਆਂ ਹੁੰਦੀਆਂ ਹਨ, ਸ਼ਲੋਕ ਹੁੰਦੇ ਹਨ, ਬਾਣੀ ਦੇ ਸ਼ਬਦ ਹੁੰਦੇ ਹਨ, ਇਸ ਤਰ੍ਹਾਂ ਉਹਨਾਂ ਦੇ ਆਲਮ, ਉਹ ਆਲਮ ਕਹਿੰਦੇ ਹਨ। 18 कहन कतेबा, कतेबा कह रही ने कि 18,000 आलम हन। वो भी इको गल कह रही ने कि पाताला पाताल लख आगास आगास, है ना। ते कहंदे हन असलो एक तात,
ਅਸਲੂ ਦਾ ਅਰਥ ਹੁੰਦਾ ਅਸਲ ਦੇ ਅੰਦਰ, ਧਾਤ ਕਹਿੰਦੇ ਨੇ ਵਸਤੂ ਨੂੰ, ਅਸਲ ਦੇ ਅੰਦਰ ਇੱਕੋ ਹੀ ਵਸਤੂ ਹੈ। ਵਸਤੂ ਕੀ ਹੈ? ਪਰਮੇਸ਼ਵਰ, ਇੱਕੋ ਹੀ ਪਰਮੇਸ਼ਵਰ ਹੈ। ਸਹਿਸ 18 ਕਹਿਨ ਕਤੀਬਾ, ਅਸਲੂ ਇੱਕ ਤਾਤ, ਅਸਲ ਦੇ ਅੰਦਰ ਇੱਕੋ ਹੀ ਚੀਜ਼ ਹੈ। ਉਹ ਕੀ ਹੈ? ਕੀ ਹੈ? ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼। ਕਹਿੰਦੇ ਹਨ ਉਹਦਾ ਲੇਖਾ ਲਿਖਦੇ ਹਾਂ, ਕਲਮਾਂ ਤੇ ਸਿਆਹੀਆਂ ਤੇ ਕਾਗਜ਼ ਖਤਮ ਹੋ ਜਾਂਦੇ ਹਨ। ਪੂਰੇ ਸਮੁੰਦਰ ਦੀ ਸਿਆਹੀ ਬਣ ਜਾਏ, ਪੂਰੀ ਧਰਤੀ ਦਾ ਕਾਗਜ਼ ਬਣ ਜਾਏ, ਔਰ ਜਿਤਨੀ ਵਨਸਪਤੀ ਹੈ ਦੁਨੀਆ ਦੇ ਅੰਦਰ ਉਹਦੀ ਕਲਮਾ ਬਣ ਜਾਣ ਲਿਖਣ ਵਾਸਤੇ, ਤਾਂ ਵੀ ਉਸਦਾ ਲੇਖਾ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਉਹ ਕਿਸੇ ਵੀ ਮਾਪ ਤੋਲ ਦੇ ਅੰਦਰ ਨਹੀਂ ਹੈ। ਉਹ ਮਾਪ ਤੋਲ ਤੋਂ, ਡਿਸਕ੍ਰਿਪਸ਼ਨ ਤੋਂ ਬਾਹਰ ਹੈ। ਪਰਮਾਤਮਾ ਅਮਿਤ ਹੈ। ਤੇ ਕਹਿੰਦੇ ਹਨ ਲੇਖਾ ਹੋਈ ਤਾਂ ਲਿਖੀਏ। ਕਬੀਰ ਸਾਹਿਬ ਕਹਿੰਦੇ ਹਨ ਨਾ ਕਿ ਮੈਂ ਪੂਰੀ ਧਰਤੀ ਨੂੰ ਕਾਗਜ਼ ਬਣਾ ਦਿਆਂ, ਪੂਰੇ ਸਮੁੰਦਰ ਨੂੰ ਮੈਂ ਸਿਆਹੀ ਬਣਾ ਦਿਆਂ, ਪੂਰੀ ਬਨਸਪਤੀ ਜੰਗਲ ਨੂੰ ਮੈਂ ਕਲਮਾ ਬਣਾ ਦਿਆਂ। ਪਹਿਲੇ ਕਲਮ ਨਾਲ ਲਿਖਦੇ ਸੀ ਨਾ, ਪਹਿਲੇ ਜ਼ਮਾਨੇ ਵਿੱਚ ਕਲਮ ਨਾਲ ਲਿਖਦੇ ਸੀ, ਲੱਕੜੀ ਦੀ ਕਲਮ ਬਣਦੀ ਸੀ। ਫਿਰ ਵੀ ਉਸਦਾ ਲੇਖਾ, ਪਰਮੇਸ਼ਵਰ ਦਾ ਲੇਖਾ ਨਹੀਂ ਲਿਖ ਸਕਦੇ, ਅਸੀਂ ਜਾਣ ਨਹੀਂ ਸਕਦੇ। ਤੇ ਕਹਿੰਦੇ ਹਨ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼। ਲੇਖੇ ਜਿਤਨਾ ਵੀ ਬਣਾਵਾਂਗੇ ਉਹ ਲੇਖਾ ਖਤਮ ਹੋ ਜਾਏਗਾ, ਪਰ परमात्मा ਦਾ जो लेखा है कितना विस्तार है, कितना समर्थ है, कितना दयालु है, कितना प्यारा है, कितना मेहरबान है, कितना बख्शनहार है, ये सारा लेखा नहीं लिखिया जा सकता। लेखा विनाश हो जाएगा, नष्ट हो जाएगा। कहते हैं नानक वड्डा आखिए। नानक जी कहते हैं परमात्मा ਵੱਡਾ, ਕਹਿੰਦੇ ਹਨ ਬੜਾ ਵੱਡਾ ਹੈ, ਸੁਣਿਆ ਹੈ ਬਹੁਤ ਵੱਡਾ ਹੈ ਪਰਮਾਤਮਾ ਦੀ। ਰਾਏ ਰਾਸ ਦੀ ਬਾਣੀ ਰੋਜ਼ ਪੜ੍ਹਦੇ ਹਨ, ਸੁਣ ਵੱਡਾ ਆਖੇ ਸਭ ਕੋਈ, ਸਾਰੇ ਕਹਿੰਦੇ ਹਨ ਵੱਡਾ ਹੈ। ਕੇਵਲ ਵੱਡਾ ਡੀਠਾ ਹੋਏ, ਕਿਸਨੇ ਦੇਖਿਆ ਹੈ? ਮੈਂ ਤਾਂ ਸੁਣਦਾ ਹਾਂ, ਤਾਂ ਸੁਣ ਕੇ ਕਹਿ ਰਿਹਾ ਕਿ ਪਰਮੇਸ਼ਵਰ ਤੂੰ ਬਹੁਤ ਵੱਡਾ ਹੈ। ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕਿਸਨੇ ਦੇਖਿਆ? जेवड़ आप जाने आप आप, जिस तरह का वो है वो आप ही सिर्फ जानता है कि वो कैसा है। ये बाणी सानू बार बार इसकी डिस्क्रिप्शन सानू मिलदियां हन, शोभायमान हन। तो नानक दे बाद जो है पॉज लेना है, कॉमा लगाना है, नानक वड्डा आखिए। नानक के बाद पॉज नहीं लवांगे तो नानक वड्डा हो जाएगा, समझना है ना। नानक वड्डा आखिए। नानक जी कहते हैं वड्डा आखते हैं सारे, पर वो आपे ही जानता है कि वो कितना वड्डा है। परमेश्वर कहते हैं नानक वड्डा आखिए, आपे जाने आप। इत्थे साडी जो है ये पौड़ी इत्थे समाप्त हुंदी है 22वीं। तो सानू दी चो यही समझ आ रही कनैक्शन किवें चल रहा है। पहले देश काल दा, रुत्ती, माह, कवन, मुहूर्त, महीना, उसकी गलबात हुई। फिर हुणे पताला पताल, लख आकाश आकाश, हुणे फिर देश काल की गल हो रही है। और ये गुरु महाराज सानू दस रहे हैं, यही साडी कनैक्शन अगे पौड़ी विच भी चलेगी, जिस असीं अगे अगे चलांगे। लेखियां विच पै जांदा है ना, वो अपना सारा समा गवा लैंदा है। सपोज एक छोटी जी साखी है, दो भरा एक अंब दे बाग विच जांदे हन। अंब बड़े सोहणे सोहणे लगे हुए हन। एक भरा बड़े सोहणे सोहणे अंबां नूं लैंदा है ते ओदा स्वाद माणदा है, बैठ के रस लैंदा है, अंबां नूं स्वाद नाल खांदा है। दूसरा भरा माली कोल जांदा है, उसनूं पुछदा है इस बाग दा जो है मालक कौन है, अंब कितने लगदे हन, कितने तुसी बाहर भेजदे हो, कितने अंब तुहाडे सुक सड़ जांदे ने, कितने अंब तुहाडे मार्केट विच विकदे ने, तुहानूं ओहदा कितना पैसा मिलता है, कितना लाभ होता है। और वो इस लेखे जोखे विच पैंदा है और अंबां दा रस लै ही नहीं पांदा। वो इसे ही सोचता रहता है कि ये बाग दा मालिक कितना धनवान है, कितना पैसा कमांदा है, कितने पेड़ लगे हन, कितने पेड़ां दे अंब लगदे हन। दूसरा भरा है वो अंबां दा रस लै रहा है। असी पेड़ां नूं नहीं गिनना, असी गुरबाणी दे नाम रस नूं अपने अंदर धारण करना है। कहते हैं
ਸੁਣਿਆ ਮੰਨਿਆ ਮਨ ਕੀਤਾ ਭਾਓ। ਅਸੀਂ ਉੱਥੇ ਰਹਿਣਾ ਹੈ, ਅੰਤਰਗਤ ਤੀਰਥ ਮਲ ਨਾਓ। ਤੇ ਅਸੀਂ ਇਹ ਲੇਖੇ ਵਾਲੇ ਜੋ ਅਸੰਖਾਂ ਲੋਕ ਹਨ, ਅਸੀਂ ਉਸ ਅਸੰਖਾਂ ਲੋਕਾਂ ਦੀ ਗਿਣਤੀ ਵਿੱਚ ਨਹੀਂ ਖੜੇ ਹੋਣਾ। ਅਸੀਂ ਜੋ ਹੈ ਜਗਿਆਸੂ ਬਣ ਕੇ, ਪ੍ਰੇਮੀ ਬਣ ਕੇ, ਅਸੀਂ ਸਚਿਆਰ ਵਾਲੇ ਜੋ ਰਸਤਾ ਹੈ ਉਸ ਤੇ ਅਸੀਂ ਬਾਰ-ਬਾਰ ਆਪਣੇ ਆਪ ਨੂੰ ਖੜਾ ਕਰਨਾ ਹੈ। ਜਿਹੜਾ ਲੇਖਿਆਂ ਵਿੱਚ ਪੈ ਜਾਏਗਾ ਉਹਦਾ ਜੀਵਨ ਵਿਅਰਥ ਹੋ ਜਾਏਗਾ, ਕੁਛ ਨਹੀਂ ਬਣੇਗਾ। ਉਹ ਆਪ ਹੀ ਭਟਕੇਗਾ ਤੇ ਲੋਕਾਂ ਨੂੰ ਵੀ ਭਟਕਾਏਗਾ। ਇਹ ਸਾਨੂੰ ਇਸ ਤੋਂ ਸਿੱਖਿਆ ਲੈਣੀ ਹੈ। ਅਸੀਂ ਹੁਣ ਅੱਗੇ ਜਦੋਂ ਚੱਲਾਂਗੇ ਨਾ ਤੇ ਨਾਲ ਹੀ ਕਨੈਕਸ਼ਨ, ਇਸ ਕਰਕੇ ਇਸ ਪੌੜੀ ਨੂੰ ਨਾਲ ਕਰਾਂਗੇ। 22 ਔਰ 23 ਪੌੜੀ ਜੋ ਹੈ ਨਾਲ ਕਨੈਕਟਡ ਹੈ, ਤੇ ਨਾਲ ਕਰਾਂਗੇ ਜ਼ਿਆਦਾ ਸਮਝ ਸਾਨੂੰ ਆਏਗੀ। ਤੇ ਕਹਿੰਦੇ ਹਨ ਪੌੜੀ 23, ਸਾਲਾ ਹੀ ਸਲਾਹ ਏਤੀ ਸੁਰਤ ਨ ਪਾਈਆ, ਨਦੀਆ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰੇ। ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨਾ ਵਿਸਰੇ। ਇਹ ਪੌੜੀ ਇੱਥੇ ਸਮਾਪਤ ਹੁੰਦੀ ਹੈ। ਹੁਣ ਉਸ ਦੇ ਨਾਲ ਕਨੈਕਸ਼ਨ ਕਰੀਏ ਤਾਂ, ਔਰ ਕਿਤਨੇ ਲੋਕ ਹਨ, ਇੱਕ ਤਾਂ ਸਨ ਜੋ ਭਾਲ ਕਰ ਰਹੇ ਸਨ, ਓੜਕ ਭਾਲ ਥਕੇ ਉਹ ਕਰ ਰਹੇ ਸਨ, ਹੁਣ ਕਹਿ ਰਹੇ ਹਨ। ਉਸ ਤੋਂ ਅੱਗੇ ਵਾਲੇ ਲੋਕ ਕਿਹੜੇ ਹੈਗੇ ਨੇ? ਗੁਰਮੁਖ ਜਨ, ਪਿਆਰੇ ਜਨ ਕੌਣ ਹਨ? ਸਾਲਾ ਹੀ, ਜੋ ਸਲਾਹਨਾ ਕਰ ਰਹੇ ਹਨ। ਮੈਂ ਜਾਂ ਤੁਸੀਂ ਆਪ, ਜੋ ਅਸੀਂ ਪਰਮੇਸ਼ਵਰ ਦੇ ਗੁਣਾਂ ਦੀ ਸਲਾਹਨਾ ਕਰਨਾ, ਐਪਰੀਸ਼ੀਏਟ ਕਰਨਾ, ਮਹਿਮਾ ਗਾਇਨ ਕਰਨੀ, ਗੁਰੂ ਸ਼ਬਦ ਦੀ ਮਹਿਮਾ, ਗੁਰੂ ਉਪਦੇਸ਼ ਨੂੰ ਗਾਇਨ ਕਰਨਾ, ਇਹ ਜੋ ਹੈ ਸਾਲਾਹੀ, ਸਲਾਹਨਾ, ਐਪਰੀਸ਼ੀਏਟ, ਮਹਿਮਾ ਗਾਣੀ, ਸਾਲਾਹ। ਇਹ ਤੂੰ ਕਿਸ ਨੂੰ ਸਲਾਹਨਾ ਕਰੇਗਾ? ਕਹਿੰਦੇ ਹਨ ਸਾਲਾਹੀ, ਸਲਾਹੁਨ ਕਰਨ ਵਾਲੇ, ऐसे भगत जन, ऐसे रागी जन, ऐसे कथावाचक जो सलाहना कर रहे हैं। किसकी सलाहना कर रहे हैं? सालाह, परमात्मा दी। एती सुरत न पाईया, एती कहते हैं इतनी वड्डे, इतनी वड्डी जो सलाहना करते हैं उन्हां दी ने भी सुरत न पाईया, परमेश्वर दे बारे सुरत नहीं पाई। सुरत का अर्थ है कि सूझ, उन्होंने भी सुरत नहीं आई। कितना उन्होंने सलाहना की थी, कितना वड्डा है तू, कितना वड्डा है, तेरी की सलाहना करा हो, क्या सलाही किरम जंत वड्डी तेरी वड्याई। मैं किरम जंत हाँ, निक्के तो निक्का कीड़ा हाँ, हर के जन सत गुर सत पुरखा, बिनो करो गुर पास, हम कीरे किरम सतगुर सरनाई, कर दिया नाम प्रगास। मैं निक्का जिहा कीड़ा, हम कीरे, किरम, किरम होंदे ने विष्टा दे कीड़े, निक्के निक्के कीड़े, हम कीरे किरम। कौन कह रहा है? गुरु रामदास जी, चौथे पातशाह जी। अपने आप ਨੂੰ ਅਸੀਂ ਕਰਨੇ ਆ ਨਾ ਸ਼ਾਮੀ ਪਾਠ, ਹਰ ਕੇ ਜਨ ਸਤਗੁਰ ਸਤਪੁਰਖਾ, बिनो करो कुरपास। मैं बिनो करदा हाँ, मैं बेनती करदा हाँ। की बेनती करदा हाँ? कि मैं निक्का जिहा कीड़ा हाँ, तेरी शरण विच आया हाँ, हम कीरे किरम सतगुर सरनाई, मेरे ते दया कर दियो। की दया कर दियो? कर दया नाम प्रगास, नाम दा प्रकाश, नाम दा चानन मेरे अंदर। जिथे अज्ञानता दा अंधकार है उत्थे नाम दा प्रकाश कर दियो। चौथे पातशाह। साडी भी अवस्था ऐसी ही है, कहते हैं साला ही सलाह करके, सलाहना कर करके कोई भी सानू तेरे बारे सोच ही नहीं आंदी। तू कितना वड्डा है, कितना समर्थ है, तू समर्थ वड्डा, मेरी मत थोड़ी राम, पाले अकीर्त का नाम, पूरन दृष्टि तेरी राम। तेरी दृष्टि पूरन है, तू कितना वड्डा है, कितना समर्थ है, मेरी मत बड़ी थोड़ी जी है, मैं किवें सलाहना करा। तो इत्थे भी कह रहे हैं सलाहना तो कर रहे हैं, सलाहना करन, तेरी महिमा गा रहे हैं।
ਪਰ ਕਹਿੰਦੇ ਹਨ ਉਹਨਾਂ ਨੂੰ ਕੋਈ ਵੀ ਸੁਰਤ ਹਾਲੀ ਤੱਕ ਕਹਿੰਦੇ ਹਨ ਸੁਰਤ ਨਾ ਪਾਈ ਆ, ਕੋਈ ਸੁਰਤ ਹਾਲੀ ਨਹੀਂ ਆਈ। ਕਹਿੰਦੇ ਹਨ ਕਿਵੇਂ ਨਹੀਂ ਆਈ, ਕਿਸ ਤਰ੍ਹਾਂ ਨਹੀਂ ਆਈ? ਤਾਂ ਸਾਨੂੰ ਬੜੀ ਅੱਛੀਆਂ ਇੱਥੇ ਮਿਸਾਲਾਂ ਦਿੰਦੇ ਹਨ। ਇੱਕ ਤਾਂ ਨਦੀਆਂ ਤੇ ਨਾਲੇ। ਨਾਲੇ ਤੁਸੀਂ ਦੇਖਿਆ ਜਦੋਂ ਬਰਸਾਤ ਬਹੁਤ ਜ਼ੋਰ ਵੀ ਪੈਂਦੀ ਹੈ ਤਾਂ ਬੜੇ ਨਾਲੇ ਟੁਰ ਪੈਂਦੇ ਹਨ, ਆਪਣੇ ਆਪ ਨਾਲੇ ਬਣ ਜਾਂਦੇ ਹਨ ਪਾਣੀ ਦੇ ਪ੍ਰਭਾਵ ਦੇ ਨਾਲ। ਨਾਲੇ ਟੁਰ ਪੈਂਦੇ, ਗੰਦੇ ਨਾਲੇ, ਉਹਨਾਂ ਪਾਣੀ ਵੀ ਗੰਦਾ ਹੁੰਦਾ ਹੈ। ਨਦੀਆਂ ਅਤੇ ਵਾਹ, ਵਾਹ ਦਾ ਅਰਥ ਹੈ ਨਾਲੇ, ਨਿੱਕੇ ਨਿੱਕੇ ਨਾਲੀਆਂ ਜਿੱਥੋਂ ਪਾਣੀ ਵਗਦਾ ਹੈ। ਕਹਿੰਦੇ ਹਨ ਸਾਲਾ ਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ। ਇਸ ਤਰ੍ਹਾਂ ਨਦੀਆਂ ਉੱਤੋਂ ਟੁਰਦੀਆਂ ਹਨ ਹਿਮਾਲੇ ਦੇ ਪਹਾੜ ਤੋਂ, ਪਹਿਲੇ ਬਰਫ਼ ਦਾ ਰੂਪ ਹੁੰਦੀਆਂ ਹਨ, ਪੱਥਰ ਵਰਗੀਆਂ ਕੜਕ ਹੁੰਦੀਆਂ ਹਨ। ਜਿਉਂ-ਜਿਉਂ ਸੂਰਜ ਦੀ ਕਿਰਨਾਂ ਮਿਲਦੀਆਂ ਹਨ, ਮੇਲ ਹੁੰਦਾ ਹੈ ਤਾਂ ਪਿਘਲ ਜਾਂਦੀਆਂ ਹਨ, ਪਿਘਲ ਕੇ ਟੁਰ ਪੈਂਦੀਆਂ ਹਨ, ਪਾਣੀ ਬਣ ਜਾਂਦਾ ਹੈ। ਝਰਨਿਆਂ ਦਾ ਪਾਣੀ, ਨਦੀਆਂ ਦਾ ਪਾਣੀ ਉੱਤੋਂ ਟੁਰਦੇ 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 ਦੌੜਦੇ ਦੌੜਦੇ ਆਉਂਦੇ ਹਨ, ਪਾਣੀ ਨਿਵਾਣ ਨੂੰ ਚੱਲਦਾ ਹੈ। ਰਸਤੇ ਦੇ ਵਿੱਚ ਬੜੇ ਸਾਰੀ ਚੱਟਾਨਾਂ ਆਉਂਦੀਆਂ ਹਨ, ਪੱਥਰ ਆਉਂਦੇ ਹਨ, ਰੋੜੇ ਆਉਂਦੇ ਹਨ, ਆਪਣਾ ਰਸਤਾ ਨਹੀਂ ਛੋੜਦੀਆਂ, ਉਸਦੇ ਸਾਈਡ ਤੋਂ ਨਿਕਲ ਕੇ ਅੱਗੇ ਦੌੜ ਪੈਂਦੀਆਂ ਹਨ। ਕਿੱਥੇ ਦੌੜਦੀਆਂ ਹਨ? ਆਪਣੇ ਪਤੀ ਪਰਮੇਸ਼ਵਰ ਨੂੰ ਮਿਲਣ ਦੇ ਵਾਸਤੇ। ਉਹਨਾਂ ਦਾ ਪਤੀ ਪਰਮੇਸ਼ਵਰ ਕੌਣ ਹੈ? ਸਮੁੰਦਰ ਸ਼ਾਹ ਸੁਲਤਾਨ। ਸਮੁੰਦਰ ਨੂੰ ਮਿਲਣ ਵਾਸਤੇ ਜੋ ਉਹਨਾਂ ਦਾ ਮੂਲ ਹੈ, ਸਮੁੰਦਰ ਤੋਂ ਹੀ ਨਦੀਆਂ ਬਣਦੀਆਂ ਹਨ। ਜਦੋਂ ਸਮੁੰਦਰ ਦਾ ਪਾਣੀ ਧੁੱਪ ਦੇ ਨਾਲ ਭਾਪ ਦੇ ਰੂਪ ਉੱਪਰ ਜਾਂਦਾ ਹੈ ਤੇ ਬੱਦਲ ਬਣਦੇ ਹਨ, ਬੱਦਲ ਬਣਦੇ ਹਨ ਤੇ ਬਰਸਾਤ ਆਉਂਦੀ, ਬਰਸਾਤ ਆਉਂਦੀ ਹੈ ਤੇ ਨਦੀਆਂ ਬਣਦੀਆਂ ਹਨ। ਔਰ ਉਹ ਨਦੀਆਂ ਜਿੱਥੋਂ ਟੁਰੀਆਂ ਸਨ, ਸਮੁੰਦਰ ਉਹਨਾਂ ਦਾ ਮੂਲ ਹੈ। ਉਸ ਮੂਲ ਨੂੰ ਪਾਣ ਵਾਸਤੇ ਉਹ ਉੱਤੋਂ ਦੌੜਦੀਆਂ ਦੌੜਦੀਆਂ ਆਂਦੀਆਂ ਹਨ ਪਹਾੜਾਂ ਤੋਂ, ਆਪਣੇ ਪ੍ਰੇਮੀ ਨੂੰ ਮਿਲਣ ਦੇ ਵਾਸਤੇ, ਸਮੁੰਦਰ ਨੂੰ ਮਿਲਣ ਦੇ ਵਾਸਤੇ, ਔਰ ਆ ਕੇ ਉਹਦੇ ਅੰਦਰ ਡਿੱਗ ਜਾਂਦੀਆਂ ਹਨ। ਰਸਤੇ ਵਿੱਚ ਕਿਤਨੀ ਵੀ ਰੁਕਾਵਟਾਂ ਆਂਦੀਆਂ ਹਨ, ਰੁਕਦੀਆਂ ਨਹੀਂ, ਠਹਿਰਦੀਆਂ ਨਹੀਂ, ਦੌੜਦੀਆਂ ਦੌੜਦੀਆਂ ਨਾਲੇ ਔਰ ਨਦੀਆਂ ਸਮੁੰਦਰ ਵਿੱਚ ਆ ਕੇ ਡਿੱਗ ਪੈਂਦੇ ਹਨ। ਔਰ ਫਿਰ ਤੁਸੀਂ ਕਹੋ ਡਿੱਗਣ ਤੋਂ ਬਾਅਦ ਕਿ ਇਹ ਜਮੁਨਾ ਹੈ, ਇਹ ਗੰਗਾ ਹੈ? ਨਹੀਂ, ਉਹ ਸਾਰੇ ਇੱਕ ਪਾਣੀ ਬਣ ਜਾਂਦਾ ਹੈ, ਉਹ ਸਾਰੀਆਂ ਇੱਕੋ ਜਿਹੇ ਹੋ ਜਾਂਦੇ ਹਨ ਪਾਣੀ। ਤੁਸੀਂ ਉਸ ਪਾਣੀ ਨੂੰ ਵੱਖਰਾ ਨਹੀਂ ਕਰ ਸਕਦੇ ਕਿ ਇਹ ਗੰਗਾ ਦਾ ਪਾਣੀ ਹੈ, ਇਹ ਜਮੁਨਾ ਦਾ ਪਾਣੀ ਹੈ, ਇਹ ਨਾਲੇ ਦਾ ਪਾਣੀ ਹੈ, ਇਹ ਸਰਸਵਤੀ ਦਾ ਪਾਣੀ ਹੈ। ਨਹੀਂ, ਉਹ ਆਪਣੇ ਮੰਜ਼ਿਲ ਤੇ, ਆਪਣੇ ਮੂਲ ਤੇ ਅਸਲੂ ਇੱਕ ਧਾਤ ਉਸ ਕੋਲ ਆ ਕੇ ਪ੍ਰੇਮੀ ਦੇ ਗਲੇ ਮਿਲ ਗਈਆਂ। ਇਹ ਇੱਕ ਮਿਸਾਲ ਦੇ ਰਹੇ ਹਨ, ਜੋ ਪ੍ਰੇਮੀ ਜਨ ਹਨ, ਜੋ ਉਸਦੇ ਗੁਣ ਗਾਇਨ ਕਰਦੇ ਹਨ, ਜੋ ਉਸਦੇ ਗੁਰੂ ਉਪਦੇਸ਼ ਦੀ ਵਿਚਾਰ ਕਰਦੇ ਹਨ, ਸੁਣਦੇ ਹਨ, ਮੰਨਦੇ ਹਨ, ਉਸਦੇ ਪ੍ਰੇਮ ਰਸ ਦੇ ਅੰਦਰ, ਉਸਦੇ ਨਾਮ ਰਸ ਦੇ ਅੰਦਰ ਡੁੱਬ ਜਾਂਦੇ ਹਨ, ਦੌੜਦੇ ਹਨ ਮਿਲਣ ਦੇ ਲਈ। ਜੀਵਨ ਵਿੱਚ ਕਈ ਰੁਕਾਵਟਾਂ ਆਂਦੀਆਂ ਹਨ, ਸੰਸਾਰ ਦੇ ਅੰਦਰ ਜੀਵਨ ਜੀਂਦਿਆਂ ਹੋਇਆ ਉਸ ਰੁਕਾਵਟਾਂ ਦੀ ਪਰਵਾਹ ਨਾ ਕਰਦੇ ਹੋਏ ਨਦੀਆਂ ਵਾਕਨ ਉਹ ਵੀ ਆਪਣੇ ਆਪ ਨੂੰ, ਆਪਣੇ ਪ੍ਰੇਮੀ ਨੂੰ, ਅਸਲੂ ਇੱਕ ਧਾਤ ਨੂੰ ਮਿਲਣਾ ਚਾਹੁੰਦੇ ਹਨ। ਇਹ ਇੱਕ ਮਿਸਾਲ ਹੈ ਜਗਿਆਸੂ ਜਨ ਦੀ, ਪ੍ਰੇਮੀ ਜਨ ਦੀ। ਕਿਤਨਾ ਸੋਹਣਾ ਇੱਕ ਮਿਸਾਲ ਦਿੱਤੀ ਹੈ ਗੁਰੂ ਸਾਹਿਬ ਨੇ। ਫਿਰ ਜਦੋਂ ਉਹ ਰੂਹਾਂ ਪਰਮੇਸ਼ਵਰ ਦੇ ਨਾਲ ਜੁੜ ਜਾਂਦੀਆਂ ਹਨ, ਕਨੈਕਟ ਹੋ ਜਾਂਦੀਆਂ ਹਨ, ਫਿਰ ਉਹਨਾਂ ਨੂੰ ਉਹਦੇ ਨਾਲ ਕੋਈ ਵੱਖਰਾ ਨਹੀਂ ਕਰ ਸਕਦਾ। ਜੋਤੀ ਜੋਤ ਮਿਲੀ, ਜੋਤ ਨਾਲ ਜੋਤ ਮਿਲ ਜਾਂਦੀ ਹੈ। ਸੰਪੂਰਨ ਕੀਆ ਰਾਮ, ਜਿਸ ਜੋਤ ਤੋਂ ਅਸੀਂ ਆਏ ਹਾਂ, ਜੋ ਸਾਡਾ ਮੂਲ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇਰਾ ਮੂਲ ਕੀ ਹੈ? ਤੂੰ ਜੋਤ ਹੈ, ਤੂੰ ਪਰਮੇਸ਼ਵਰ ਦੀ ਜੋਤ ਹੈ, ਉਸਦੀ ਕਿਰਨ ਹੈ। ਤੂੰ ਜਾ ਕੇ ਉਸਨੂੰ ਮਿਲਣਾ ਹੈ। ਅੰਸ਼ੀ ਨੇ
ਅੰਸ਼ੀ ਨੂੰ ਮਿਲਣਾ ਹੈ, ਅੰਸ਼ ਨੇ ਅੰਸ਼ੀ ਨੂੰ ਮਿਲਣਾ ਹੈ। ਅੰਸ਼ੀ ਪਰਮਾਤਮਾ ਹੈ, ਅਸੀਂ ਉਸਦਾ ਅੰਸ਼ ਹਾਂ। ਉਹ ਅੰਸ਼ ਸਾਡੇ ਪਾਸ ਹੈ, ਉਹ ਕਿਰਨ ਸਾਡੇ ਪਾਸ ਹੈ, ਉਹ ਜੋਤ ਸਾਡੇ ਪਾਸ ਹੈ। ਉਸ ਵੱਡੀ ਜੋਤ ਨੂੰ ਜਾ ਕੇ ਕਨੈਕਟ ਕਰਨਾ ਹੈ, ਚਾਰजिंग ਕਰਨੀ ਹੈ, ਰੋਜ਼ ਚਾਰजिंग ਕਰਨੀ ਹੈ। ਮੋਬਾਈਲ ਦੀ ਚਾਰजिंग ਕਰਦੇ ਹਾਂ ਨਾ, ਆਪਣੀ ਰੂਹ ਦੀ ਚਾਰजिंग ਕਿਵੇਂ ਕਰਨੀ ਹੈ? ਗੁਰੂ ਉਪਦੇਸ਼ ਨਾਲ ਜੁੜ ਕੇ, ਕਨੈਕਸ਼ਨ ਬਣਾ ਕੇ, ਗੁਰਬਾਣੀ ਕੋਲੋਂ, ਸੈਭੰ ਕੋਲੋਂ ਪ੍ਰਕਾਸ਼ ਲੈ ਕੇ, ਉਸ ਪ੍ਰਕਾਸ਼ ਨਾਲ ਜੁੜ ਕੇ ਆਪਣੀ ਬੈਟਰੀ ਨੂੰ ਚਾਰਜ ਕਰਨਾ। ਬੈਟਰੀ ਰੋਜ਼ ਸਾਡੀ ਡਾਊਨ ਹੁੰਦੀ ਹੈ, ਰੋਜ਼ ਚਾਰਜ ਕਰਨੀ ਹੈ, ਫਿਰ ਵਾਪਸ ਆਈਏ। ਤਾਂ ਸਾਲਾ ਹੀ ਸਲਾਹ ਦੇ ਨਾਲ ਸਮੁੰਦਰ ਤੇ ਨਦੀਆਂ ਨੂੰ ਦੇ ਨਾਲ ਜੋੜਿਆ ਗਿਆ ਹੈ ਕਿ ਨਦੀਆਂ ਆਪਣੇ ਪ੍ਰੇਮੀ ਨੂੰ ਕਿਵੇਂ ਦੌੜ ਦੌੜ ਕੇ ਮਿਲਦੀਆਂ ਹਨ, ਔਰ ਅਸੀਂ ਵੀ ਜੋ ਸਲਾਹਨਾ ਕਰਨ ਵਾਲੇ ਜਗਿਆਸੂ ਜਨ ਹਨ, ਉਹਨਾਂ ਨੇ ਪਰਮੇਸ਼ਵਰ ਦੀ ਸਲਾਹਨਾ ਕਰ ਕਰਕੇ ਉਸਦੇ ਨਾਲ ਮਿਲ ਜਾਣਾ ਹੈ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਦੱਸਦੇ ਹਨ, ਇੱਕ ਗਾਗਰ ਲੈ ਲਓ, ਗਾਗਰ ਨੂੰ ਸਾਗਰ ਦੇ ਅੰਦਰ ਰੱਖ ਦਿਓ, ਗਾਗਰ ਦੇ ਅੰਦਰ ਸਾਗਰ ਦਾ ਪਾਣੀ ਭਰ ਜਾਏਗਾ। ਗਾਗਰ ਦੇ ਅੰਦਰ ਸਾਗਰ ਦਾ ਪਾਣੀ ਭਰ ਗਿਆ, ਗਾਗਰ ਦੇ ਬਾਹਰ ਸਾਗਰ ਦਾ ਪਾਣੀ ਹੈ। अंदर भी सागर है, बाहर भी सागर है, अंदर भी नाम है, बाहर भी नाम है। ये समझना है। फिर कोई कहे कि गागर दे अंदर केड़ा सागर दा पानी है, वही सागर है जो बाहर है, वही सागर है जो अंदर है। ऐसा मिलन नदिया ते वाह पवे समुद्र ना जानिए, उस पानी नू वखरा नहीं कर सकते। गागर दे अंदर सागर है, इस सागर दे अंदर गागर है। नाम दे अंदर असी हां, ये नाम दे अंदर असी हां कि नाम साडे अंदर है। ट्राई टू अंडरस्टैंड उस नाम रस नू अपने अंदर महसूस करना, उस जोत नू, और बाहर दी जोत दे नाल कनेक्शन करना, जो सर्वव्यापक है, करता पुरख सर्वव्यापक है। मेरे अंदर है, थोड़े अंदर है, पुरख सब दे अंदर समाया हुआ है। ऐसा मेरा पिता परमेश्वर। समुंद सा सुल्तान गिरहा सेती माल धन। समुंदर सा सुल्तान है। क्यों सुल्तान है? क्योंकि नदियां ते नाले आके मिल जाते हैं। शाह सुल्तान है। समुंदर धरती तो 3 गुना वड्डा है, और कितना अजूबा है कि समुंदर धरती नू आके डुबो नहीं देंदा, उसदे हुक्म दे अंदर खड़ा है। समुंद सा सुल्तान गिरहा सेती माल धन। उसदे अंदर गिरहा कहंदे हन, गिरहा कहंदे हन पहाड़ नू। एक गिर हुंदा है पहाड़, गिरहा मतलब बहुत सारे पहाड़। गिरहा सेती, उसके अंदर पहाड़ा जितना धन और माल छुपिया हुआ है। हुण फिर मिसाल की देंदे हन, दुनिया विच 2 तरह दे लोग, जिन्हां कोल बहुत पैसा है, बहुत धनाड़ हन, बहुत गड्डियां, शानो शौकत, बड़े मकान हन, और एक है जो गरीब है। ਹੁਣ ਫਿਰ ਮਹਿਮਾ ਹੋ ਰਹੀ ਹੈ 2 ਲੋਕਾਂ ਦੀ। ਇਸ ਨੂੰ ਅਸੀਂ ਇਹਦੇ ਅੰਦਰ ਇੱਕ ਬੁਝਾਰਤ ਹੈ, ਇੱਕ ਕੀੜੀ ਹੈ, और एक जो है बहुत धनाढ़ बंदा है। कीड़ी कौन है? गरीब फकीर बंदा है। उसके अंदर नाम दा धन भरिया होया है, उसकी आत्मा परमेश्वर नाल जुड़ी हुई है। वो कीड़ी है, वो फकीर है, नाम धन है। कीड़ी बहुत छोटी होती है, लेकिन नाम जो है इतना वड्डा है, कीड़ी दे अंदर समा जाता है। लेकिन गिरहा सेती माल धन, जिन्हां दे पास पहाड़ां जितने खजाने हैं, जिन्हां दे लोकां दे कोल
ਇੱਥੇ ਉਹਨਾਂ ਦੀ ਵੀ ਗੱਲ ਹੋ ਰਹੀ ਹੈ। ਇਹ ਪੌੜੀ ਦੇ ਅੰਦਰ ਬੁਝਾਰਤ ਹੈ, ਜਿਨ੍ਹਾਂ ਦੇ ਪਾਸ ਬਹੁਤ ਧਨ ਹੈ, ਬਹੁਤ ਮਾਲ ਹੈ, ਬਹੁਤ ਖਜ਼ਾਨੇ, ਬਹੁਤ ਸੋਨਾ ਚਾਂਦੀ ਹੈ। ऐसे लोगों दे अंदर अगर नाम धन नहीं है तो वो व्यर्थ हन, उन्हां तो कीड़ी चंगी है जिदे अंदर नाम धन है। ये तुलना है एक अमीर और गरीब दी। वो कीड़ी बराबर नहीं हन जिन्हां दे पास नाम धन, जिन्हां दे पास धन दौलत तो बहुत है पर नाम नहीं है, तो वो लोग, वो धनाढ़ लोग कीड़ी दे बराबर भी नहीं हन। कीड़ी तुल न होवनी जे तिस मनो ना विसरे, जिस कीड़ी दे अंदरों नाम विसर ना जाए। केड़ा नाम? सबना जिया का एक दाता सो मैं विसर न जाई। जिसनू विसर नहीं जानते, परमात्मा नू विसर नहीं जानते, और परमात्मा उन्होंने नहीं विसरदा। मोहे ना विसारो मैं जन तेरा, राम गोसैया जी के जीवना मोहे ना विसारो मैं जन तेरा। जिसनु परमात्मा नहीं भुलदा, और परमात्मा जिन्हां नू नहीं भुलदा, ऐसे भगत जन कहंदे हन ओ वड्डे हन, ओ वड्डे हन। कहंदे हन कीड़ी तुल न होवनी जे तिस मनो न विसरे। तो कीड़ी वड्डी है, वो धनाढ़ गरीब है। अमीर कौन है? जिसदे को नाम धन है। नाम धन कैसा है? पक्का धन है, जो नाल जाएगा वो पक्का धन है। काचा धन संचे मूर्ख गावार, वो कच्चा धन केड़ा है? जो इत्थे रह जाएगा, जो असी अपने घरां विच अलमारियां विच भरिया होया है, ड्रॉ में साडे सोने चांदी दे गहने पे होन, वो इत्थे ही रह जाएंगे, ड्रॉ दे अंदर ही। कहंदे हन वो काचा धन है, क्योंकि नाल नहीं जाएगा। पक्का धन केड़ा है? नाम धन, जो अखुट ना निकुटे ना जाए। ऐसा अखुट नाम धन है, कदी खत्म नहीं हुंदा, जितना वंडो उतना वधदा जांदा है। कहंदे हन अखुट है नाम धन। और कहंदे हन समुंद सा सुल्तान गिरहा सेती माल धन। ओदे थल्ले पहाड़ां जिन्ना सोना चांदी मोती दबे हुए हन, वो शाह सुल्तान है। कितनी तुलना हो रही है? अमीर आदमी। और कीड़ी कौन है? जो गरीब है, जिसके कोई नाम धन है, वो ज्यादा महान है। वो कीड़ी छोटी जही महान है। अगर उदे अंदरों नाम ना विसर जाए ता। और जिसके पास बहुत धन दौलत है और नाम धन नहीं है, ता वो व्यर्थ है। अगर ऐसे लोग भी दुनिया दे हैं जिन्हां दे पास बहुत धन दौलत भी है, शोहरत भी है, पर नाम भी है, ऐसे लोग भी हन दुनिया ते। जिवें राजा जनक, जिसका नाम बाणी दे अंदर भी आंदा है। राजा जनक कुल 4 पदार्थ सन। 4 पदार्थ जे को मांगे 7 जना की सेवा लागे। वो 4 पदार्थ की हन धर्म अर्थ काम मोक्ष। धर्म जीवन जीन दी कला, अपनी ड्यूटीज, अपने कमिटमेंट्स, धर्म। अर्थ पैसा, काम सब इच्छावां पूरियां हो जानियां, मोक्ष जींदियां जी मोक्ष ले लेना। ये 4 पदार्थ राजा जनक दे कोल सन, जिसदी मिसाल सानू जो बाणी आंदी है भट्टा दे सवैये, उसदे अंदर बार बार राजा जनक दे नाल मिसाल दिती जांदी है। जनक की है भट्टा दी सवैये दी जो बाणी पढ़ोगे ना कदी, ते जनक दी कितनी सारी तुलना की गई है परमेश्वर दी महिमा दे नाल। ये समझना है कि जिसके पास नाम धन है, नाम भी है और दूसरा धन भी है, फिर भी उदे अंदर नाम धन भी है, ऐसे लोग बहुत घट होंदे हैं।
ਤਾਂ ਇਹ ਨਹੀਂ ਕਿ ਸਾਰੇ ਜਿਤਨੇ ਵੀ ਨਾਮ ਧਨਾਢ ਲੋਕ ਹਨ ਤੇ ਉਹ ਸਾਰੇ ਦੇ ਸਾਰੇ ਵਿਅਰਥ ਨਹੀਂ ਹਨ। ਜਿਨ੍ਹਾਂ ਦੇ ਪਾਸ ਨਾਮ ਨਾਲ ਹੈ ਤਾਂ ਬਹੁਤ ਮਹਾਨ ਹਨ, ਅਗਰ ਨਹੀਂ ਹੈ ਤਾਂ ਕੀੜੀ ਤੋਂ ਵੀ ਨੀਵੇਂ ਹਨ। ਕਿ ਕੀੜੀ ਦੇ ਪਾਸ ਨਾਮ ਹੈ, ਕੀੜੀ ਤੁਲ ਨਾ ਹੋਵਨੀ, ਕੀੜੀ ਦੇ ਬਰਾਬਰ ਵੀ ਨਹੀਂ ਹਨ ਜੇ ਤਿਸ ਮਨੋ ਨਾ ਵਿਸਰੈ। ਜੇ ਉਸਨੂੰ ਅਸੀਂ ਹਮੇਸ਼ਾ ਯਾਦ ਰੱਖੀਏ। ਗੱਲ ਥੋੜੀ ਪਕੜਨ ਵਾਲੀ ਹੈ, ਇਹਨੂੰ ਬਾਰ-ਬਾਰ ਸਮਝਾਂਗੇ ਤਾਂ ਸਮਝ ਆਏਗੀ ਕਿ ਕੀੜੀ ਦੀ ਤੁਲਨਾ ਹੋ ਰਹੀ ਹੈ। ਸਭ ਤੋਂ ਨਿੱਕਾ ਜੋ ਜੰਤ ਹੈ ਉਹ ਕੀੜੀ ਹੈ। ਤੁਸੀਂ ਦੇਖਿਆ ਉਹਦਾ ਕਿਤਨਾ ਸਰੀਰ ਹੁੰਦਾ ਹੈ, ਕਿਤਨੀ ਗੁਰੂ ਮਹਾਰਾਜ ਨੇ ਕਿੱਥੇ ਤੁਲਨਾ ਕੀਤੀ ਜਾ ਕੇ ਕਿ ਇੱਕ ਛੋਟੀ ਜਿਹੀ ਕੀੜੀ ਦੇ ਅੰਦਰ ਨਾਮ ਦਾ ਦਾਨ ਹੈਗਾ ਤੇ ਉਹ ਇੱਕ ਧਨਾਢ ਤੋਂ ਵੀ ਉਹ ਉੱਚੀ ਹੈ, ਅਗਰ ਉਸ ਧਨਾਢ ਦੇ ਅੰਦਰ ਨਾਮ ਧਨ ਨਹੀਂ ਹੈ। ਸਿਰਫ ਸਮਝਣ ਦੀ ਕੋਸ਼ਿਸ਼ ਕਰਨਾ, ਕਿਉਂਕਿ ਮੈਨੂੰ ਤੇ ਹਾਲੀ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ, ਸੋਝੀ ਨਹੀਂ ਆ ਰਹੀ ਹੈ ਜੇ ਵੀ ਕੋਸ਼ਿਸ਼ ਕਰ ਰਹੇ ਹਾਂ ਸਮਝਣ ਦੀ ਕਿ ਗੁਰੂ ਮਹਾਰਾਜ ਕਿਸ ਤਰ੍ਹਾਂ ਤੁਲਨਾ ਕਰ ਰਹੇ ਨੇ, ਕਿਸ ਤਰ੍ਹਾਂ ਕਹਿ ਰਹੇ ਨੇ। आओ इसनु फिर पढ़िए। साला ही सलाह एती सुरत न पाइया, कोई सुरत नहीं मिली, सलाह ना कीती, कोई सोची नहीं आई, हले तक लगे हुए हैं प्रेम दे राह ते। नदिया अते वाह पवे समुंद ना जानिए, नदिया अते नाले ਸਮੁੰਦਰ ਵਿੱਚ ਜਾ ਕੇ ਮਿਲ ਜਾਂਦੇ ਹਨ, ਉਹਨਾਂ ਨੂੰ ਕੋਈ ਵੱਖਰਾ ਨਹੀਂ ਕਰ ਸਕਦਾ ਕਿਹੜਾ ਪਾਣੀ ਕਿਸਦਾ ਹੈ। ਗਾਗਰ ਦੇ ਅੰਦਰ ਸਾਗਰ, ਸਾਗਰ ਦੇ ਅੰਦਰ ਗਾਗਰ, ਨਦੀਆਂ ਦੌੜਦੀਆਂ ਹਨ, ਰੁਕਦੀਆਂ ਨਹੀਂ। ਕਿਤਨੀ ਚੱਟਾਨਾਂ ਆ ਜਾਣ, ਕਿਤਨੇ ਪੱਥਰ ਆ ਜਾਣ, ਆਪਣਾ ਰਸਤਾ ਬਦਲ ਕੇ ਫਿਰ ਟੁਰ ਪੈਂਦੀਆਂ ਹਨ ਆਪਣੇ ਪ੍ਰੇਮੀ ਨੂੰ ਮਿਲਣ ਦੇ ਵਾਸਤੇ। ਨਦੀਆਂ ਹੱਤੇ ਵਾਹ ਸਭੇ ਪਵੇ ਸਮੁੰਦ ਨਾ ਜਾਣੀਏ। ਸਮੁੰਦ ਕੌਣ ਹੈ? ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਉਹਦੇ ਪਰ ਬੜਾ ਧਨ ਹੈ। ਸਮੁੰਦਰ ਸ਼ਾਹ ਸੁਲਤਾਨ ਕਿੱਥੇ ਤੇ ਕੀੜੀ ਕਿੱਥੇ? ਕਿਤਨੀ ਵੱਡੀ ਤੁਲਨਾ ਹੈ। ਕਹਿੰਦੇ ਹਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਉਮੀਦ ਹੈ ਗੱਲ ਜੋ ਹੈ ਥੋੜੀ ਔਖੀ ਹੈ ਸਮਝਣੀ। ਕਹਿੰਦੇ ਹਨ ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੇ ਭੁੱਖ, ਭੁੱਖ ਲੱਗ ਜਾਏ ਸਾਨੂੰ ਨਾਮ ਦੀ। ਤੁਹਾਨੂੰ ਭੁੱਖ ਲੱਗੀ ਹੈ, ਤੁਸੀਂ ਆਏ ਹੋ ਸੁਣਨ ਦੇ ਵਾਸਤੇ। ਐਸੀ ਰੂਹਾਂ ਵੀ ਘੱਟ ਹਨ ਜੋ ਸੁਣਨਾ ਚਾਹੁੰਦੀਆਂ ਹਨ, ਸੁਣਾਂਗੇ ਤੇ ਮੰਨਣਾ ਪਏਗਾ। ਕਹਿੰਦੇ ਹਨ ਪਾਠ ਕਰ ਲੋ ਬਹਿ ਕੇ ਸੁਖਮਨੀ ਸਾਹਿਬ ਦਾ, ਤਾਂ ਸੰਗਤ ਬਹੁਤ ਜੁੜ ਜਾਂਦੀ ਹੈ, ਲਹਿਰ ਚੱਲ ਪੈਂਦੀ ਹੈ। ਪੜ੍ਹ ਲੋ ਪੜ੍ਹ ਲੋ ਪੜ੍ਹ ਲੋ ਗਾ ਲੋ, ਪਰ ਜਦੋਂ ਕੋ ਨਾ ਮੀਨਿੰਗ ਸਮਝ ਲੋ, ਮੀਨਿੰਗ ਸੁਣ ਲੋ ਤਾਂ ਸੰਗਤ ਘਟ ਜਾਂਦੀ ਹੈ। ਕਿਉਂਕਿ ਰੂਹਾਂ ਜਿਹੜੀਆਂ ਹਨ ਪ੍ਰਾਪਤ ਕਰਨ ਵਾਲੀਆਂ, ਨਾਮ ਧਨ ਲੈਣ ਵਾਲੀਆਂ, ਉਹ ਬਹੁਤ ਘੱਟ ਹਨ। ਬੜੇ ਵਡਭਾਗੀ ਹੋ ਤੁਸੀਂ ਜੋ ਸੁਣਨਾ ਚਾਹ ਰਹੇ ਹੋ, ਪ੍ਰਾਪਤ ਕਰਨਾ ਚਾਹ ਰਹੇ ਹੋ, ਬਹੁਤ ਵਡਭਾਗੀ ਹੋ। ਇਹ ਤੁਸੀਂ ਆਮ ਦੇਖਿਆ। ਅਸੀਂ ਹੁਣੇ ਅੱਜ ਕਹੀਏ ਨਾ ਸੁਖਮਨੀ ਦਾ ਪਾਠ ਕਰਨਾ ਹੈ, ਤੁਸੀਂ ਦੇਖੋਗੇ ਸੰਗਤ ਕਿਤਨੀ ਜੁੜ ਜਾਂਦੀ। ਬਹੁਤ ਚੰਗੀ ਗੱਲ ਹੈ, ਬਹੁਤ ਵਡਭਾਗੀ ਹੈ ਸੰਗਤ ਉਹ। ਪਰ ਗਾਣ ਵਾਲੇ, ਸੁਣਨ ਵਾਲੇ, ਬੰਨਣ ਵਾਲੇ ਰੂਹਾਂ ਥੋੜੀਆਂ ਹੋਣ, ਇਹ ਸਮਝਣਾ। ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰੈ, ਵਾਹਿਗੁਰੂ। ਏ ਮਨ ਦੇਹੀ ਸੋਧ ਤੂੰ, ਤੂੰ ਆਪਣੀ ਦੇਹੀ ਨੂੰ ਸੋਧ ਲੈ। ਦੇਹੀ ਦੇ ਅੰਦਰ ਹੀ ਮਿਲੇਗਾ ਤੈਨੂੰ, ਬਾਹਰ ਪਟਕਣਾ ਛੱਡ ਦੇ। ਸਾਨੂੰ ਹੁਣ ਤੱਕ ਦੀ ਪੌੜੀਆਂ ਚ ਕੀ ਸਮਝ ਆਇਆ ਹੈਗਾ ਕਿ ਆਪਣੇ ਅੰਦਰ ਹੀ ਢੂੰਡ ਲੈ ਉਸਨੂੰ। ਏ ਮਨ ਦੇਹੀ ਸੋਧ ਤੂੰ, ਸੋਧ ਲੈ, ਢੂੰਡ ਲੈ, ਪਾਲ ਲੈ, ओढ़क कर ले, अपने अंदर दी ओढ़क कर ले, बाहर ओढ़क ना कर। गुर के शब्द विचार किवें करेगा? गुरु दे शब्द दे विचार दे नाल अपने अंदर ढूंढ ले। नानक इस देही विच नाम निधान है। की ढूंढना है तू? गिरहा सेती माल धन अपने अंदर ढूंढ ले। नानक इस देही विच नाम निधान है, खजाना है नाम दा जो तेरे नाल अखुट
अखुट है, कभी खत्म नहीं होएगा, तेरे नाल जाएगा। नाम निदान है पाइए गुर के हेत अपार। उस गुरु दे नाल ही जाके सानू एक खजाना मिलेगा। बार बार कहते हैं ना, त अनेक रूप नाम नौनिध। पढ़ते हैं ना, हर जियो गुफा अंदर रख के वाजा पवन वजाया, ਉਹਦੇ अंदर आंदा है त अनेक रूप नाम नौनिध। ਤੈਨੂੰ 9 खजाने प्राप्त होंगे। तू अपने गुफा विच जा, अपने अंदर जा, इस देही नु सोध। ये गुफा हर जियो गुफा अंदर रख के वाजा पवन बजाया, वाजा बजाया पवन दा। 9 द्वारे प्रगट किए, 9 द्वारा नु प्रगट कर दिता। 2 अखां, 2 ਕੰਨ, नक, मुंह, थले दे 2 हिस्से अगे पिछे। 9 द्वार इस गुफा दे प्रगट हन सब नु। 10वां गुप्त रखाया। 10ਮ द्वार ज्ञान दा द्वार, जिन्हों असी गुरु दी उपदेश दे नाल असी उसनु खोजना है, अपने अंदर जाना है। उहदे च आंदा है ता अनेक रूप नाम नौदिद, किसदा अंत न जाई पाया। तन मिलणगे, उस तेरी बैटरी चार्ज होएगी, तनु प्राप्ति होएगी। ये असी समझना है कि असी उस कीड़ी वाकन, वो कितनी महान है जिसके अंदर गिरहा सेती मालधन है। किड़ा मालधन है? नाम दा मालधन है। बार बार असी दस रहे हाँ कि साडे अंदर भी ये दृढ़ हो जावे। गुरु दी बाणी दा उपदेश तुहाडे सदका असी भी सिख जाइए, साडे अंदर भी जो है नाम धन आ जावे। ऐसी अरदास सारियां ने असी करनी है, जेड़ियां भी रूहां नाल जुड़ियां हन अज ज्ञान की प्राप्ति वास्ते, सचियार दे रस्ते ते चलन वास्ते। बहुत धन्यवाद है, बहुत शुकराना है। जिसनू बार बार सुनना और अपने प्रेमी जन जो लेना चाहते हैं उन्होंने शेयर करना। बाकियां नू कोई फायदा नहीं शेयर करन दा। जिहड़ा सुनना चाहता है, मनना चाहता है, उन्होंने अगों शेयर करो, ताकि ये सरल बाणी, ये सरल बाणी दी जो भाषा है साडे सारियां दे अंदर सानू समझ आ जाए। ये असी सारियां ने अरदास करनी है। सारियां दा बहुत बहुत शुकराना है। आप जी आए हो, तुहाडे कोलों मैं बहुत कुछ सिख रही हाँ, क्योंकि तुहानू दसन दे कारण। देखो संगत रूप जो है ना, वो परमेश्वर दा रूप है। तुहाडी जग्यासा वो साडी पावर बनदी है। ये तुहाडा बहुत धन्यवाद है। संगत रूप परमेश्वर दा रूप है संगत। कोटान कोट धन्यवाद है, कोटान कोट नमस्कार है। वाहिगुरु जी का खालसा, वाहिगुरु जी की फतेह। मेरी प्यारी भैनों,